ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 419 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਚੱਲ ਰਹੀਆਂ ਨੇ। ਅੱਜ 15ਵੀਂ ਅਸ਼ਟਪਦੀ ਤੇ 16ਵੀਂ ਅਸ਼ਟਪਦੀ। ਇਸ ਅੰਗ ਦੇ ਉੱਪਰ 15ਵੀਂ ਅਸ਼ਟਪਦੀ 8 ਪਦਿਆਂ ਦੀ ਹੈ ਤੇ 16ਵੀਂ ਅਸ਼ਟਪਦੀ ਅਖੀਰਲੀ ਅਗਲੀ 9 ਪਦਿਆਂ ਦੀ ਹੈ। ਆਓ ਦੀਦਾਰ ਕਰੀਏ ਜੀ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਿਖਾ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਜੀਵਨ ਦੀ ਜੁਗਤ ਦੱਸ ਰਹੇ ਨੇ। ਮਨ ਸ਼ਾ ਮਨ ਹੈ ਸਮਾਏ ਲੈ, ਭਵ ਜਲ ਸੱਚ ਤਰਨਾ। ਮਨ ਦੇ ਅੰਦਰ ਫੁਰਨੇ ਫੁਰਦੇ ਨੇ, ਖਿਆਲ ਉੱਠਦੇ ਨੇ, ਜਿਹਨੂੰ ਥਾਟਸ ਕਹਿ ਦਿੰਦੇ ਅਸੀਂ। ਕੁਝ ਖਿਆਲ ਉਹ ਨੇ ਜਿਹੜੇ ਸਾਨੂੰ ਗੁਣਾਂ ਨਾਲ ਜੋੜਦੇ ਨੇ। ਨਿਮਰਤਾ, ਸਹਿਨਸ਼ੀਲਤਾ, ਦੂਰਦ੍ਰਿਸ਼ਟਤਾ, ਸੱਚਾ ਪਿਆਰ, ਸਬਰ, ਸੰਤੋਖ ਇਹਦੇ ਵਿੱਚੋਂ ਨਿਕਲਦੇ ਨੇ। ਕੁਝ ਫੁਰਨੇ ਨੇ ਜਿਹੜੇ ਹੰਕਾਰ, ਲੋਭ, ਕ੍ਰੋਧ ਇਹਦੇ ਵਿੱਚੋਂ ਨਿਕਲਦੇ ਨੇ, ਸਵਾਰਥ ਵਗੈਰਾ ਚੋਂ। ਜਿਹੜੇ ਫੁਰਨੇ ਗੁਣਾਂ ਵਿੱਚੋਂ ਨਿਕਲਦੇ ਨੇ ਉਹਨਾਂ ਚੋਂ ਚੰਗੇ ਕਰਮ ਪੈਦਾ ਹੋਣਗੇ। ਹੁੰਦਾ ਕੀ ਹੈ, ਅੰਦਰ ਖਿਆਲ ਉੱਠਦਾ ਹੈ, ਸਾਡਾ ਧਿਆਨ ਉਸ ਖਿਆਲ ਦੇ ਨਾਲ ਨਾਲ ਤੁਰਦਾ ਹੈ। ਉਸ ਖਿਆਲ ਨੂੰ ਅਸੀਂ ਫੋਕਸ ਕਰਦੇ ਹਾਂ, ਅੰਦਰ ਥਾਟ ਪ੍ਰੋਸੈਸ ਚੱਲ ਜਾਂਦਾ ਹੈ। ਹੁਣ ਕੀ ਕਰਨਾ? ਗੁਣਾਂ ਵਾਲੇ ਫੁਰਨੇ ਦੇ ਨਾਲ ਜੋ ਥਾਟ ਪ੍ਰੋਸੈਸ ਚੱਲੇਗਾ ਉਹਦੇ ਚੋਂ ਚੰਗੇ ਕਰਮ ਨਿਕਲਣਗੇ। ਔਗਣਾ ਵਾਲਾ ਜਿਹੜਾ ਫੁਰਨਾ ਹੈ, ਸਤਿਗੁਰੂ ਜੀ ਕਹਿੰਦੇ ਉਹਨੂੰ ਮਨ ਵਿੱਚ ਹੀ ਸਮਾ ਲੈ, ਉਹਦੇ ਤੇ ਥਾਟ ਪ੍ਰੋਸੈਸ ਨਾ ਚੱਲਣ ਦੇ। ਭਵਜਲ ਸੱਚ ਤਰਨਾ। ਇਸ ਤਰ੍ਹਾਂ ਤੂੰ ਇਹ ਜਿਹੜਾ ਸੰਸਾਰ ਅੰਦਰ ਭਾਵਨਾ ਦਾ ਜਲ ਚੱਲ ਰਿਹਾ ਨਾ, ਇਹਨੂੰ ਮੈਨੇਜ ਕਰ ਲਏਗਾ ਤੇ ਸੱਚ ਦੇ ਰਸ ਵਿੱਚ ਜਿਉ ਸਕਦਾ ਹੈ। ਆਦ ਜੁਗਾਦ ਦਇਆਲ ਤੂੰ, ਠਾਕੁਰ ਤੇਰੀ ਸ਼ਰਣਾ। ਹੇ ਠਾਕੁਰ ਜੀ, ਹੇ ਮਾਲਕ ਵਾਹਿਗੁਰੂ ਜੀ, ਤੁਸੀਂ ਆਦ ਜੁਗਾਦ ਹੋ। ਜਦ ਦੁਨੀਆ ਨਹੀਂ ਸੀ ਤਦ ਵੀ ਠਾਕੁਰ ਮਾਲਕ ਪ੍ਰਭੂ ਦੀ ਸ਼ਕਤੀ ਸੀ। ਜੁਗਾਦ ਜਦੋਂ ਤੋਂ ਗਿਣਤੀ ਮਿਣਤੀ ਸ਼ੁਰੂ ਹੋਈ, ਸਾਇੰਸ ਕਹਿੰਦੀ ਬਿਗ ਬੈਂਗ ਹੋਇਆ, ਫਿਰ ਗੈਸਾਂ ਹੋਈਆਂ, ਜਦ ਤੋਂ ਹੀ ਇਹ ਗਿਣਤੀ ਮਿਣਤੀ ਸ਼ੁਰੂ ਹੋਈ, ਜਦ ਤੋਂ ਇਹ ਸੰਸਾਰ ਦੀ ਰਚਨਾ ਸਾਹਮਣੇ ਆਈ, ਉਸ ਵੇਲੇ ਵੀ ਤੁਸੀਂ ਸੀ। ਤੇ ਵਾਹਿਗੁਰੂ ਜੀ, ਤੁਸੀਂ ਦਇਆਲੂ ਹੋ। ਤੁਹਾਡੀ ਸ਼ਰਨ ਪੈਣ ਦਾ ਜਦੋਂ ਅੰਦਰ ਮਕਸਦ ਬਣ ਜਾਵੇ ਕਿ ਰੱਬ ਨੂੰ ਸਰੈਂਡਰ ਹੋ ਕੇ ਜਿਉਣਾ ਹੈ, ਜ਼ਿੰਦਗੀ ਦੇ ਅੰਦਰ ਇੱਕ ਡੈਡੀਕੇਸ਼ਨ ਭਾਵਨਾ ਹੋਵੇ ਰੱਬ ਪ੍ਰਤੀ, ਗੁਰੂ ਪ੍ਰਤੀ, ਤੇ ਫਿਰ ਇਹ ਜਿਹੜੇ ਇਸ ਤਰ੍ਹਾਂ ਦੇ ਫੁਰਨੇ ਨੇ, ਸਵਾਰਥ ਵਿੱਚੋਂ ਨਿਕਲੇ ਹੋਏ, ਹੰਕਾਰ ਵਿੱਚੋਂ, ਲੋਭ ਵਿੱਚੋਂ, ਫਿਰ ਜੁਗਤ ਆ ਜਾਂਦੀ ਹੈ, ਇਹਨਾਂ ਨੂੰ ਮਨ 'ਚ ਹੀ ਸੰਭਾਲਾ ਹੈ। ਕਿਉਂਕਿ ਚੰਗੇ ਪਾਸੇ ਤੁਰਨ ਵਾਸਤੇ ਜਦੋਂ ਚੰਗਾ ਵਿਜ਼ਨ ਹੁੰਦਾ ਹੈ, ਉੱਚਾ ਵਿਜ਼ਨ ਹੁੰਦਾ, ਉਹਦੇ ਵਾਸਤੇ ਕਰਨ ਵਾਸਤੇ ਬਹੁਤ ਕੰਮ ਹੁੰਦੇ ਨੇ। ਤੂੰ ਦਾਤੋ ਹਮ ਜਾਚਕਾ, ਹਰ ਦਰਸ਼ਨ ਦੀ ਜੈ। ਹੇ ਵਾਹਿਗੁਰੂ ਜੀ, ਤੁਸੀਂ ਦਾਤੇ ਹੋ, ਦਾਤਾਂ ਦੇਣ ਵਾਲੇ ਹੋ। ਅਸੀਂ ਤੁਹਾਡੇ ਜਾਚਕਾ ਮੰਗਤੇ ਹਾਂ, ਮੰਗਣ ਵਾਲੇ ਹਾਂ। ਤੇ ਮੰਗਣਾ ਕੀ ਹੈ? ਦਰਸ਼ਨ ਦੇ ਦਿਓ। ਦਰਸ਼ਨ ਕੀ ਨੇ? ਜਿੰਨੇ ਵੀ ਵਰਤਾਰੇ ਵਰਤ ਰਹੇ ਨੇ, ਹਰ ਵਰਤਾਰੇ ਵਿੱਚ ਰੱਬ ਦੀ ਸ਼ਕਤੀ, ਸੱਚਾ ਗਿਆਨ ਬਣ ਕੇ ਛੁਪੀ ਹੋਈ ਹੈ। ਜਦੋਂ ਸਾਨੂੰ ਹਰ ਵਰਤਾਰੇ ਵਿੱਚੋਂ ਕੋਈ ਸਿੱਖਿਆ ਮਿਲ ਗਈ, ਸਮਝ ਲਓ ਸੱਚੇ ਗਿਆਨ ਦੇ ਰੂਪ ਵਿੱਚ ਰੱਬ ਨੇ ਦਰਸ਼ਨ ਦੇ ਦਿੱਤੇ। ਹਰ ਮਨੁੱਖ ਦੇ ਅੰਦਰ ਗੁਣ ਹੈ। ਜਦੋਂ ਅਸੀਂ ਕਿਸੇ ਦੇ ਗੁਣਾਂ ਨੂੰ ਫੋਕਸ ਕਰਾਂਗੇ, ਗੁਣਾਂ ਤੋਂ ਪ੍ਰਭਾਵਿਤ ਹੋਵਾਂਗੇ, ਤੇ ਸਮਝ ਲਿਓ
ਗੁਣੀ ਨਿਧਾਨ ਵਾਹਿਗੁਰੂ ਜੀ ਨੇ ਗੁਣ ਬਣ ਕੇ ਦਰਸ਼ਨ ਦੇ ਦਿੱਤੇ ਨੇ। ਫਿਰ ਜਦੋਂ ਅਸੀਂ ਕਿਸੇ ਦਾ ਟੈਲੈਂਟ ਦੇਖਾਂਗੇ, ਜੋ ਪ੍ਰਤਿਭਾ ਪੰਜਾਬੀ 'ਚ ਕਹਿ ਦਿੰਦੇ ਆ, ਕਿਸੇ ਕੋਲ ਕਲਾ ਹੈ ਕੁਝ ਕਰਨ ਦੀ, ਉਹ ਜਿਹੜਾ ਟੈਲੈਂਟ ਹੈ, ਉਹ ਜੋ ਕਲਾ ਹੈ, ਜੋ ਪ੍ਰਤਿਭਾ ਹੈ, ਉਹਦੇ ਵਿੱਚੋਂ ਕੋਈ ਨਾ ਕੋਈ ਚੰਗੀ ਸਿਰਜਣਾ ਸਿਰਜੀ ਜਾਂਦੀ ਹੈ। ਚੰਗੀ ਜਾਂ ਬੁਰੀ ਉਹਨੂੰ ਵਰਤੋਂ ਤੇ ਨਿਰਭਰ ਕਰਦਾ ਹੈ। ਜਿਵੇਂ ਉਦਾਹਰਨ ਵਜੋਂ ਸਾਜ਼ ਵਜਾਉਣ ਦੀ ਇੱਕ ਕਲਾ ਹੈ। ਹੁਣ ਸਾਜ਼ ਵਜਾ ਕੇ ਰੱਬੀ ਗੀਤ ਵੀ ਸਿਰਜ ਸਕਦਾ ਹੈ ਤੇ ਦੁਨਿਆਵੀ ਲੱਚਰ ਗੀਤ ਵੀ ਸਿਰਜ ਸਕਦਾ ਹੈ। ਇਹ ਕਲਾ ਨੂੰ ਵਰਤਣ ਦਾ ਤਰੀਕਾ ਹੈ। ਜਿਸ ਨੇ ਕਲਾ ਨੂੰ ਵਿਕਾਰਾਂ ਵਿੱਚੋਂ ਵਰਤਿਆ, ਉਹ ਵਿਕਾਰਾਂ ਦੀ ਸਿਰਜਣਾ ਸਿਰਜ ਦੇਗਾ। ਜਿਹਨੇ ਕਲਾ ਨੂੰ ਗੁਣਾਂ ਵਿੱਚੋਂ ਵਰਤਿਆ, ਉਹ ਗੁਣਾਂ ਦੀ ਸਿਰਜਣਾ ਸਿਰਜੀ ਜਾਏਗੀ। ਉਹ ਜਿਹੜੀ ਸਿਰਜਣਾ ਸਿਰਜੀ ਜਾ ਰਹੀ ਹੈ, ਰਚਨਾ ਰਚੀ ਜਾ ਰਹੀ ਹੈ, ਉਹਦੇ ਵਿੱਚੋਂ ਕਲਾ ਦੇ ਵਿੱਚੋਂ ਕੁਝ ਪ੍ਰਗਟ ਹੋ ਰਿਹਾ ਹੈ। ਇਹ ਵਾਹਿਗੁਰੂ ਜੀ ਕਰਤਾ ਪੁਰਖ ਬਣ ਕੇ ਦਰਸ਼ਨ ਦੇ ਰਹੇ ਨੇ। ਜਦੋਂ ਨਿਜ਼ਮ ਸਮਝ ਆ ਜਾਵੇ ਕਿ ਰੱਬ ਦਾ ਨਿਜ਼ਮ ਚੱਲ ਰਿਹਾ ਹੈ, ਕਮਾਲ ਹੈ, ਤਾਂ ਉਹ ਨਿਜ਼ਮ ਬਣ ਕੇ ਦੀਦਾਰ ਦੇ ਰਹੇ ਨੇ। ਵਾਹਿਗੁਰੂ ਜੀ ਹਰ ਵੇਲੇ ਇਸ ਤਰ੍ਹਾਂ ਮਹਿਸੂਸ ਹੁੰਦਾ ਰਵੇ। ਗੁਰਮੁਖ ਨਾਮ ਤੇ ਆਈ ਹੈ, ਮਨ ਮੰਦਰ ਭੀਜੈ ਰਹਾਉ। ਇਹਦੇ ਲਈ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਜਿਹੜਾ ਨਾਮ ਹੈ, ਉਹ ਹੈ ਉਪਦੇਸ਼। ਉਪਦੇਸ਼ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਵਿੱਚ ਫੈਸਲੇ ਲੈਣੇ ਤੇ ਉਸ ਉਪਦੇਸ਼ ਨੂੰ ਪ੍ਰੈਕਟੀਕਲ ਜਿਉਣਾ। ਸਬਰ ਸੰਤੋਖ ਦਾ ਜਦੋਂ ਉਪਦੇਸ਼ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਤਾਂ ਇਸ ਨੂੰ ਸਬਰ ਸੰਤੋਖ ਜਿਉਣਾ ਪਵੇਗਾ। ਜਦੋਂ ਅਸੀਂ ਨਿਮਰਤਾ ਦਾ ਉਪਦੇਸ਼ ਪੜ੍ਹਦੇ ਹਾਂ ਤੇ ਨਿਮਰਤਾ ਨੂੰ ਜ਼ਿੰਦਗੀ ਵਿੱਚ ਜਿਉਣਾ ਪਵੇਗਾ, ਗੱਲੀ ਬਾਤੀ ਨਹੀਂ। ਜਦੋਂ ਅਸੀਂ ਪਰਉਪਕਾਰ ਦਾ ਗੁਣ ਗੁਰੂ ਦੇ ਉਪਦੇਸ਼ ਵਿੱਚੋਂ ਸਿੱਖਦੇ ਹਾਂ ਤੇ ਸਾਨੂੰ ਪਰਉਪਕਾਰੀ ਬਣਨਾ ਪਵੇਗਾ। ਉਹਨੂੰ ਕਹਿੰਦੇ ਨੇ ਧਿਆਉਣਾ। ਉਹਦੇ ਲਈ ਮਨ ਮੰਦਰ ਭੀਜੈ। ਮਨ ਦਾ ਮੰਦਰ ਕੀ ਹੈ? ਸੁਭਾਅ ਤੇ ਸੋਚ ਮਨ ਦਾ ਮੰਦਰ ਹੈ। ਮਨ ਸੁਭਾਅ ਤੇ ਸੋਚ ਵਿੱਚ ਰਹਿੰਦਾ ਹੈ। ਸੋਚ ਤੇ ਸੁਭਾਅ ਅੰਦਰੋਂ ਭਿੱਜ ਜਾਵੇ ਕਿ ਗੁਣਾਂ ਵਾਲਾ ਜੀਵਨ ਜਿਉਣਾ ਹੈ, ਕਿਉਂਕਿ ਮੈਂ ਗੁਣੀ ਨਿਧਾਨ ਵਾਹਿਗੁਰੂ ਜੀ ਦਾ ਪੁੱਤਰ ਹਾਂ, ਗੁਣੀ ਨਿਧਾਨ ਵਾਹਿਗੁਰੂ ਜੀ ਦੀ ਧੀ ਹਾਂ। ਇਹ ਜੀਵਨ ਜੁਗਤ ਗੁਰਬਾਣੀ ਅੰਦਰ ਸਾਨੂੰ ਦੱਸੀ ਜਾਂਦੀ ਹੈ। ਇਸ ਨੂੰ ਸਮਝਣਾ, ਜ਼ਿੰਦਗੀ ਜਿਉਣਾ। ਰਹਾਓ ਇਹ ਸੈਂਟਰਲ ਆਈਡੀਆ ਹੈ ਦੋਨੋਂ ਪੰਕਤੀਆਂ। ਕੂੜਾ ਲਾਲਚ ਛੋਡੀਐ ਤਉ ਸੱਚ ਪਛਾਣੈ। ਜੇ ਸੱਚ, ਉਹਦੇ ਗੁਣ ਸੱਚ ਹੈ, ਗੁਣਾਂ ਵਿੱਚ ਜਿਉਣ ਦਾ ਰਸ ਸੱਚ ਹੈ। ਰੱਬ ਦੀ ਮਿੱਠੀ ਮਿੱਠੀ ਯਾਦ ਸੱਚ ਹੈ। ਉਹਦੀ ਯਾਦ ਦੇ ਰਸ ਵਿੱਚ, ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਸੱਚ ਹੈ। ਰੱਬ ਦੀ ਭੈ ਭਾਵਨੀ ਵਿੱਚ ਜਿਉਣਾ ਸੱਚ ਹੈ। ਜਿੰਨੇ ਸੱਚ ਦੇ ਰਸ ਨੇ, ਗੁਣਾਂ ਦੇ, ਰੱਬ ਦੇ ਨਿਜ਼ਮ ਦੇ, ਰੱਬੀ ਉਪਦੇਸ਼ ਦੇ, ਪਛਾਣਾ ਹੁੰਦਾ ਸਾਂਝ ਪਾਉਣੀ। ਜੇ ਉਹਦੇ ਨਾਲ ਸਾਂਝ ਪਾ ਕੇ ਜਿਉਣਾ, ਭਾਵ ਉਸ ਸੱਚ ਦੇ ਰਸ ਵਿੱਚ ਜਿਉਣਾ, ਤਾਂ ਇਹ ਜਿਹੜਾ ਕੂੜਾ ਲਾਲਚ ਹੈ ਨਾ, ਝੂਠ ਤੇ ਲਾਲਚ, ਇਹਨੂੰ ਛੱਡਣਾ ਪਵੇਗਾ। ਸਬਰ ਸੰਤੋਖ ਵਾਲਾ ਜੀਵਨ ਜਿਉਣਾ ਪਵੇਗਾ। ਸਵਾਰਥੀ ਹੋਣ ਤੋਂ ਬਚਣਾ ਪਵੇਗਾ, ਲੋਭੀ ਹੋਣ ਤੋਂ ਬਚਣਾ ਪਵੇਗਾ। ਉਹਦੇ ਲਈ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ। ਗੁਰ, ਗੁਰਬਾਣੀ ਅੰਦਰ ਜਿੰਨੇ ਵੀ ਉਪਦੇਸ਼ ਨੇ, ਗੁਰਬਾਣੀ ਦੀਆਂ ਸਿੱਖਿਆਵਾਂ ਨੇ, ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ। ਇਹ ਗੁਰੂ ਪਾਤਸ਼ਾਹ ਦਾ ਗੁਰ ਸਰੂਪ ਹੈ। ਉਸ ਗੁਰ ਸਰੂਪ ਨੇ ਸਾਨੂੰ, ਸ਼ਬਦ ਦੇ ਅਰਥ ਹੈ ਉਪਦੇਸ਼, ਉਪਦੇਸ਼ ਦੇਣਾ ਹੈ, ਸਿੱਖਿਆ ਦੇਣੀ ਹੈ। ਸਮੁੱਚੀ ਗੁਰਬਾਣੀ ਅੰਦਰ ਜਿੰਨੀ ਵੀ ਸਿੱਖਿਆ ਹੈ, ਉਹ ਗੁਰੂ ਪਾਤਸ਼ਾਹ ਦਾ ਗੁਰ ਸਰੂਪ ਹੈ। ਉਹ ਸਿੱਖਿਆ ਕੋਈ ਨਾ ਕੋਈ ਕੰਨਾਂ ਨਾਲ ਸੰਬੰਧਿਤ ਹੈ, ਉਹ ਸ਼ਬਦ ਹੈ, ਉਪਦੇਸ਼ ਹੈ। ਕੋਈ ਅੱਖਾਂ ਨਾਲ ਸੰਬੰਧਿਤ, ਕੋਈ ਜ਼ੁਬਾਨ ਨਾਲ, ਸੁਭਾਅ ਨਾਲ, ਬੇਅੰਤ ਉਪਦੇਸ਼ ਨੇ। ਉਸ ਵਿੱਚ ਮਨ ਸਮਾ ਜਾਵੇ, ਮਨ ਭਿੱਜ ਜਾਵੇ, ਮਨ ਨੂੰ ਚੰਗਾ ਲੱਗੇ, ਮਨ ਮੰਨ ਜਾਵੇ, ਜ਼ਿੰਦਗੀ ਜਿਉਣ ਲੱਗ ਜਾਵੇ। ਪਰਮਾਰਥ, ਪਰਮ ਅਰਥ, ਅਰਥ ਹੁੰਦਾ ਧਨ, ਪਰਮ ਹੁੰਦਾ ਉੱਚਾ ਧਨ, ਸਭ ਤੋਂ ਉੱਚਾ ਤੇ ਸੁੱਚਾ ਧਨ। ਰੱਬ ਦੀ ਯਾਦ, ਰੱਬ ਦੀ ਭੈ ਭਾਵਨੀ, ਰੱਬ ਦੇ ਗੁਣ, ਰੱਬ ਦੇ ਨਿਜ਼ਮ ਨੂੰ ਫੋਲੋ ਕਰਨਾ, ਰੱਬੀ ਉਪਦੇਸ਼ ਨੂੰ ਜ਼ਿੰਦਗੀ 'ਚ ਜਿਉਣਾ, ਇਹ ਜੋ ਸੱਚਾ ਧਨ ਹੈ, ਜਾਣਾ ਤੋਂ ਭਾਵ ਇਹਦੇ ਨਾਲ ਸਾਂਝ ਪੈ ਜਾਏਗੀ।
ਇਹ ਮਨ ਰਾਜਾ ਲੋਭੀਆ ਲੁਭਤੋ ਲੋਭਾਈ। ਇਹ ਜਿਹੜਾ ਮਨ ਹੈ ਇਹ ਸੁਭਾਅ ਦਾ ਰਾਜਾ ਹੈ, ਸੋਚ ਦਾ ਰਾਜਾ ਹੈ, ਮਨ ਮਰਜ਼ੀਆਂ ਕਰਦਾ ਹੈ। ਇਹ ਲੋਭੀ ਬਣਿਆ ਹੋਇਆ, ਸਵਾਰਥੀ ਹੈ ਤੇ ਸਵਾਰਥ ਦੇ ਵਿੱਚ ਆਪਣੇ ਮਕਸਦ ਪੂਰੇ ਕਰਨ ਵਾਸਤੇ ਕਿਤੇ ਚਾਪਲੂਸੀ ਕਰਦਾ ਹੈ, ਕਿਤੇ ਚੁਸਤ ਚਲਾਕੀ ਵਰਤਦਾ ਹੈ। ਇਸ ਕਰਕੇ ਇਹ ਜੀਵਨ ਜਿਹੜਾ ਹੈ ਉਹ ਥਿੜਕ ਜਾਂਦਾ ਹੈ ਮਾਰਗ ਤੋਂ। ਗੁਰਮੁਖ ਲੋਭ ਨਿਵਾਰੀ ਹੈ ਹਰ ਸਿਉ ਬਣ ਆਈ। ਜਿਹਨੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਝ ਲਿਆ, ਜਿਹਦਾ ਗੁਰੂ ਪਾਤਸ਼ਾਹ ਦੇ ਉਪਦੇਸ਼ ਨਾਲ ਪਿਆਰ ਬਣ ਗਿਆ, ਜਿਹਨੇ ਗੁਰੂ ਪਾਤਸ਼ਾਹ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਜ਼ਿੰਦਗੀ ਜਿਉ ਲਿਆ, ਉਹਨੇ ਆਪਣੇ ਅੰਦਰੋਂ ਸਵਾਰਥ, ਸੈਲਫਿਸ਼ ਥਾਟ, ਸੈਲਫਿਸ਼ਨੈਸ, ਸਵਾਰਥੀ ਸੋਚ, ਲੋਭ ਇਹ ਕੱਢ ਦਿੱਤਾ, ਨਿਵਾਰੀ ਹੈ, ਖਤਮ ਹੋ ਗਿਆ। ਸਬਰ ਸੰਤੋਖ ਵਿੱਚ ਜਿਉਣਾ ਆ ਗਿਆ। ਹਰ ਸਿਉ ਬਣਾਈ, ਉਹਨਾਂ ਦੀ ਰੱਬ ਨਾਲ ਸਾਂਝ ਬਣ ਗਈ। ਤੇ ਜਿਹੜਾ ਮਨਮੁਖ ਹੈ ਉਹ ਤਾਂ ਇਸ ਤਰ੍ਹਾਂ ਜਿਵੇਂ ਕਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੈ। ਕਲਰ ਰੋੜਾਂ ਵਾਲੀ ਧਰਤੀ, ਉੱਥੇ ਕੋਈ ਬੀਜ ਬੀਜੇਗਾ ਉਗੇਗਾ ਹੀ ਨਹੀਂ, ਕੀ ਉਸ ਦਾ ਫਾਇਦਾ ਉਠਾਏਗਾ। ਮਨਮੁਖ ਸੱਚ ਨਾ ਭੀਜਈ ਕੂੜ ਕੂੜ ਗਡਾਵੈ। ਜਿਹੜਾ ਮਨ ਦੀਆਂ ਮਰਜ਼ੀਆਂ ਦੇ ਪਿੱਛੇ ਚੱਲਣ ਵਾਲਾ ਸੁਭਾਅ ਹੈ ਨਾ, ਉਹ ਸੱਚ ਦੇ ਰਸ ਵਿੱਚ ਭਿੱਜਦਾ ਨਹੀਂ। ਇਹ ਬਚਪਨ ਤੋਂ ਸ਼ੁਰੂ ਹੋ ਜਾਂਦਾ ਹੈ। ਜਦੋਂ ਬੱਚਾ ਖਾਣੇ ਪੀਣੇ ਦੇ ਰਸਾਂ ਸਵਾਦਾਂ ਦਾ ਸਵਾਰਥੀ ਲੋਭੀ ਬਣ ਗਿਆ, ਟੀਵੀ ਦੇਖਣਾ, ਮੂਵੀਆਂ ਦੇਖਣੀਆਂ, ਗਾਣੇ ਸੁਣਨੇ, ਇਲੈਕਟ੍ਰੋਨਿਕ ਗੈਜਟਸ ਦੇ ਵਿੱਚ ਸਾਰਾ ਦਿਨ ਖੇਡੀ ਜਾਣਾ, ਜਦੋਂ ਉਹ ਮਨ ਦੀ ਮਰਜ਼ੀ ਦੇ ਪਿੱਛੇ ਲੱਗਣ ਲੱਗ ਪਿਆ, ਉਹਨੂੰ ਸੱਚ ਚੰਗਾ ਨਹੀਂ ਲੱਗੇਗਾ। ਮਾਤਾ ਪਿਤਾ ਸਮਝਾਉਣਗੇ, ਉਹਨੂੰ ਚੰਗਾ ਨਹੀਂ ਲੱਗਦਾ। ਕਿਉਂਕਿ ਮਨ ਜਦੋਂ ਕੂੜ ਦੇ ਰਸ ਵਿੱਚ ਚਲਿਆ ਜਾਵੇ, ਉਹ ਕੂੜ ਵਿੱਚ ਹੀ ਸਮਾਇਆ ਰਹਿੰਦਾ ਹੈ। ਕੂੜ ਕੂੜ ਗਡਾਵਾ, ਉਹਦੇ 'ਚ ਗੱਡਿਆ ਰਹਿੰਦਾ ਹੈ। ਇਸ ਲਈ ਮਨਮੁਖ ਕੋਈ ਲੇਵਲ ਨਹੀਂ ਹੈ, ਮਨਮੁਖ ਅਵਸਥਾ ਹੈ, ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਮਾਤਾ ਪਿਤਾ ਨੂੰ, ਨੌਜਵਾਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੰਸਕਾਰ ਦੇਣੇ ਚਾਹੀਦੇ ਨੇ, ਉੱਥੇ ਗੁਰੂ ਦਾ ਵਿਰਸਾ ਪੜ੍ਹਾਉਣਾ ਚਾਹੀਦਾ, ਉਸ ਵਿਰਸੇ ਵਿੱਚੋਂ ਗੁਣ ਦੱਸਣੇ ਚਾਹੀਦੇ ਨੇ। ਗੁਰਬਾਣੀ ਦੇ ਅਰਥ, ਗੁਰਬਾਣੀ ਦੀਆਂ ਸਿੱਖਿਆਵਾਂ ਵਿੱਚੋਂ ਗੁਣਾਂ ਨੂੰ ਸਿੱਖਣਾ ਹੈ। ਨਹੀਂ ਤੇ ਮਨ ਮਰਜ਼ੀਆਂ ਦੇ ਪਿੱਛੇ ਲੱਗ ਕੇ ਇਹ ਸੱਚ ਦੇ ਰਸ ਵਿੱਚ ਭਿੱਜਦਾ ਨਹੀਂ। ਇਸੇ ਕਰਕੇ ਜਿਨ੍ਹਾਂ ਦੀ ਆਦਤ ਪੱਕ ਜਾਂਦੀ ਹੈ, ਉਹਨਾਂ ਦਾ ਮਨ ਕੀਰਤਨ ਵਿੱਚ ਭਿੱਜਦਾ ਨਹੀਂ, ਡਿਸਟਰੈਕਟਡ ਹੁੰਦਾ, ਇੱਧਰ ਉੱਧਰ ਦੇਖਦੇ ਰਹਿੰਦੇ ਨੇ, ਜਾਂ ਆਲਸੀ ਹੋ ਜਾਂਦੇ ਨੇ, ਨੀਂਦ ਆਉਣ ਲੱਗ ਜਾਂਦੀ ਹੈ। ਜਿਹੜਾ ਸਾਡਾ ਸਵਾਲ ਹੈ ਨਾ ਕਿ ਨੀਂਦ ਕਿਉਂ ਆਉਂਦੀ ਹੈ ਜੀ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਇੱਕੋ ਹੀ ਕਾਰਨ ਹੈ, ਮਨ ਨੂੰ ਰਸ ਨਹੀਂ ਆਇਆ ਤੇ ਮਨ ਨੂੰ ਸਮਝ ਨਹੀਂ ਆ ਰਹੀ ਕੀ ਕਿਹਾ ਜਾ ਰਿਹਾ। ਜਦੋਂ ਗੁਰੂ ਪਾਤਸ਼ਾਹ ਦੀ ਬਾਣੀ ਦੀ ਸਮਝ ਆਉਣ ਲੱਗ ਪਈ ਨਾ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਤੇ ਰਸ ਆ ਗਿਆ, ਸੌ ਹੀ ਨਹੀਂ ਸਕਦਾ ਹੈ। ਤੇ ਮਨਮੁਖ ਅਵਸਥਾ ਵਾਲਾ ਮਨ ਕੂੜ ਵਿੱਚ ਉਲਝਿਆ ਰਹਿੰਦਾ। ਲਾਲਚ ਛੋਡੋ ਅੰਧਿਓ ਲਾਲਚ ਦੁੱਖ ਭਾਰੀ। ਇਹ ਗਿਆਨ ਤੋਂ ਸਖਣੇ ਅੰਧੇ ਲੋਕੋ, ਲਾਲਚ ਛੱਡ ਦਿਓ। ਇਹ ਲਾਲਚ ਦੇ ਵਿੱਚੋਂ ਦੁੱਖ ਪੈਦਾ ਹੁੰਦੇ ਨੇ। ਸਵਾਰਥੀ ਹੋਣਾ ਛੱਡ ਦਿਓ। ਪਰਉਪਕਾਰੀ ਬਣਾਇਆ ਮੇਰੇ ਗੁਰੂ ਪਾਤਸ਼ਾਹ ਨੇ। ਜਿੰਨਾ ਮਨੁੱਖ ਸਵਾਰਥੀ ਹੋਏਗਾ, ਸੈਲਫਿਸ਼ ਹੋਏਗਾ, ਆਪਣੇ ਜੀਵਨ ਵਿੱਚ, ਆਪਣੇ ਘਰ ਵਿੱਚ ਦੁੱਖਾਂ ਦੇ ਬੀਜ ਲਵੇਗਾ। ਬੜੇ ਦੁੱਖ ਨੇ ਇਹਦੇ, ਦੁੱਖ ਭਾਰੀ। ਸਾਚੋ ਸਾਹਿਬ ਮਨ ਵਸੈ ਹਉਮੈ ਬਿਖ ਮਾਰੀ। ਜੇ ਸੱਚਾ ਮਾਲਕ ਮਨ ਵਿੱਚ ਵਸ ਜਾਵੇ, ਰੱਬ ਦੀ ਭੈ ਭਾਵਨੀ ਪੈਦਾ ਹੋ ਜਾਵੇ, ਰੱਬੀ ਉਪਦੇਸ਼ ਜ਼ਿੰਦਗੀ ਵਿੱਚ ਜਿਉਣ ਦਾ ਇੱਕ ਆਨੰਦ ਬਣ ਜਾਵੇ। ਗੁਰੂ ਪਾਤਸ਼ਾਹ ਦੇ ਪੁੱਤਰ ਹਾਂ, ਗੁਰੂ ਪਾਤਸ਼ਾਹ ਦੀਆਂ ਧੀਆਂ ਹਾਂ, ਮੇਰੇ ਗੁਰੂ ਪਾਤਸ਼ਾਹ ਨੇ ਦੂਜਿਆਂ ਲਈ ਜਿਉਇਆ, ਅਸੀਂ ਵੀ ਪਰਉਪਕਾਰ ਦੀ ਬਿਰਤੀ ਤੇ ਤੁਰ ਕੇ, ਪਰਉਪਕਾਰ ਦੇ ਮਾਰਗ ਤੇ ਤੁਰ ਕੇ ਆਪਾ ਵਾਰ ਦੇਣਾ। ਗੁਰੂ ਪਾਤਸ਼ਾਹ ਨੇ ਬੜੀਆਂ ਗੱਲਾਂ ਸਿਖਾਈਆਂ ਨੇ। ਪਰ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤੂੰ ਪੜ੍ਹਿਆ ਲਿਖਿਆ ਤਾਂ ਹੈ, ਤੇਰੇ ਕੋਲੇ ਵਿਦਿਆ ਆਈ, ਐਜੂਕੇਸ਼ਨ ਆਈ ਦਾ ਤਾਂ ਫਾਇਦਾ ਹੈ ਜੇ ਤੂੰ ਪਰਉਪਕਾਰੀ ਬਣੇ। ਉੱਥੇ ਵਿਦਿਆ ਵਿਚਾਰੀ ਤਾਂ ਤੇ ਵਿਸ਼ਰਾਮ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜੇ ਤੂੰ ਪਰਉਪਕਾਰੀ ਬਣ ਜਾਵੇਂ। ਇਸ ਲਈ ਸਾਹਿਬ ਤੇ ਸਾਹਿਬ ਦਾ ਮਿਸ਼ਨ ਮਨ ਵਿੱਚ ਵਸ ਜਾਵੇ ਤੇ ਹਉਮੈ ਦੀ ਜ਼ਹਿਰ ਮਰ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ। ਦੁਵਿਧਾ ਛੋੜ ਕਵਾਟੜੀ ਮੂੰਹ ਸੌਂਗੇ ਭਾਈ। ਪਿਆਰਿਓ, ਦੁਬਿਧਾ ਛੱਡ ਦਿਓ। ਦੁਨਿਆਵੀ ਰਸਾਂ ਵਿੱਚ ਵੀ ਉਲਝਣਾ,
ਤੇ ਗੁਰੂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ, ਇਦਾਂ ਨਹੀਂ ਹੋਏਗਾ। ਉਹ ਦਾਨ ਦੇਣ ਨਾਲ, ਧਰਮ ਦੇ ਕਰਮਾਂ ਨਾਲ ਖੁਸ਼ ਨਹੀਂ ਹੋਏਗਾ। ਗੁਰੂ ਨਾਨਕ ਪਾਤਸ਼ਾਹ ਤਾਂ ਰੂਹਾਨੀ ਰੂਹਾਂ ਦੇ ਸੱਚੇ ਪਾਤਸ਼ਾਹ ਨੇ। ਉਹ ਤਾਂ ਆਪਣੇ ਪੁੱਤਰਾਂ ਤੇ ਨਹੀਂ ਭੇਜੇ, ਭੇਜਣ ਤੇ ਆਏ ਤੇ ਠੱਗ ਤੇ ਭੇਜ ਗਏ। ਜਿਹੜਾ ਖਿੜੇ ਮੱਥੇ ਮੰਨਦਾ ਹੈ ਉਹਦੇ ਤੇ ਖੁਸ਼ ਹੋ ਜਾਂਦੇ ਨੇ। ਇਸ ਲਈ ਜੇ ਗੁਰੂ ਪਾਤਸ਼ਾਹ ਨੂੰ ਖੁਸ਼ ਕਰਨਾ ਹੈ, ਮਨ ਦੀਆਂ ਮਰਜ਼ੀਆਂ ਛੱਡਣੀਆਂ ਪੈਣਗੀਆਂ। ਇਹ ਦੁਬਿਧਾ ਛੱਡ ਦੇ। ਮਨ ਦੀਆਂ ਮਰਜ਼ੀਆਂ ਦੇ ਪਿੱਛੇ ਵੀ ਲੱਗਣਾ ਤੇ ਗੁਰੂ ਪਿਤਾ ਜੀ ਨੂੰ, ਰੱਬ ਨੂੰ ਖੁਸ਼ ਵੀ ਕਰਨਾ, ਇਹ ਨਹੀਂ ਚੱਲੇਗਾ। ਦੁਬਿਧਾ ਛੋੜ ਕੁਵਾਟੜੀ, ਇਹ ਪੁੱਠਾ ਰਸਤਾ ਹੈ, ਛੱਡ ਦੇ। ਇਹ ਭਟਕਿਆ ਹੋਇਆ ਹੈ। ਮੂਸੋਂਗੇ ਭਾਈ, ਲੁੱਟੇ ਜਾਓਗੇ। ਘਰ ਵਿੱਚ ਏਕਤਾ ਨਹੀਂ ਰਹਿਣੀ, ਗੁਰਬਾਣੀ ਨਹੀਂ ਰਹਿਣੀ, ਸਿੱਖੀ ਨਹੀਂ ਰਹਿਣੀ, ਲੁੱਟੇ ਜਾਓਗੇ। ਜ਼ਿੰਦਗੀ 'ਚ ਗੁਣ ਨਹੀਂ ਰਹਿਣੇ, ਬਹੁਤੇ ਪਾਸਿਆਂ ਤੋਂ ਜੀਵਨ ਫੇਲ ਹੋ ਜਾਏਗਾ। ਦੁਬਿਧਾ ਨੂੰ ਛੱਡ ਦਿਓ। ਅਹਨਿਸ ਨਾਮ ਸਲਾਹੀਐ, ਸਤਿਗੁਰ ਸ਼ਰਨਾਈ ਦਿਨ ਰਾਤ। ਸਤਿਗੁਰ ਸਰੂਪ ਜੋ ਸੱਚਾ ਗਿਆਨ ਹੈ, ਗੁਰਬਾਣੀ ਅੰਦਰ ਗੁਰੂ ਸਾਹਿਬ ਕਹਿ ਕੀ ਰਹੇ ਨੇ, ਦੱਸਿਆ ਕੀ ਜਾ ਰਿਹਾ, ਸਮਝਾਇਆ ਕੀ ਜਾ ਰਿਹਾ। ਉਹ ਸਾਰਾ ਗਿਆਨ ਕੁਦਰਤ ਦੇ ਵਰਤਾਰਿਆਂ ਵਿੱਚ ਵੀ ਹੈ। ਰੱਬ ਸੱਚਾ ਗਿਆਨ ਬਣ ਕੇ ਕੁਦਰਤ ਦੇ ਹਰ ਵਰਤਾਰੇ ਵਿੱਚ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਬੀ ਆਵਾਜ਼ ਬਣ ਕੇ ਹੈ। ਵਾਹ ਵਾਹ, ਬਾਣੀ ਨਿਰੰਕਾਰ ਹੈ। ਉਸ ਵਿੱਚੋਂ ਜੋ ਰੱਬੀ ਉਪਦੇਸ਼ ਹੈ, ਨਾਮ, ਉਹਨੂੰ ਦਿਨ ਰਾਤ ਉਹਦੀ ਸ਼ਲਾਘਾ ਕਰ, ਭਾਵ ਕੁਰਬਾਨ ਜਾ ਉਹਦੇ ਤੋਂ, ਜ਼ਿੰਦਗੀ 'ਚ ਜਿਉ ਉਸਨੂੰ। ਮਨਮੁਖ ਪੱਥਰ ਸੈਲ ਹੈ, ਤ੍ਰਿਗ ਜੀਵਨ ਫੀਕਾ। ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗਣ ਵਾਲਾ ਸੁਭਾਅ ਇੱਕ ਪੱਥਰ ਬਣ ਗਿਆ, ਕਠੋਰ ਹੈ, ਸੈਂਸਿਟਿਵ ਨਹੀਂ ਹੈ। ਇੱਥੇ ਗੱਲ ਯਾਦ ਰੱਖਿਓ, ਧਰਮ ਦੀ ਦੁਨੀਆ 'ਚ ਜਿੰਨੇ ਸੈਂਸਿਟਿਵ ਹੁੰਦੇ ਨੇ ਨਾ, ਕੋਮਲ ਹਿਰਦੇ ਦੇ ਮਾਲਕ, ਉਹੀ ਤੁਰ ਸਕਦੇ ਨੇ। ਪੱਥਰ ਦਿਲ ਨਹੀਂ ਤੁਰੇਗਾ। ਉਹ ਤਾਂ ਫਿੱਕਾ ਹੈ, ਉਹਦਾ ਜੀਵਨ ਫਿੱਕਾ ਹੈ, ਉਹਦਾ ਜਿਉਣਾ ਤਿਰਗ ਹੈ, ਫਿਟਲਾਨਤ ਹੈ ਉਹਦਾ ਜਿਉਣਾ। ਜਲ ਮੈਂ ਕੇਤਾ ਰਾਖੀ ਹੈ, ਅਬ ਅੰਤਰ ਸੂਕਾ। ਕਹਿੰਦੇ ਪੱਥਰ ਨੂੰ ਪਾਣੀ ਵਿੱਚ ਜਿੰਨਾ ਚਿਰ ਮਰਜ਼ੀ ਰੱਖ ਲਿਓ, ਉਹ ਆਪਣੇ ਅੰਦਰੋਂ ਸੁੱਕਾ ਰਹੇਗਾ। ਅਬ ਅੰਤਰ, ਆਪਣੇ ਅੰਦਰੋਂ ਗਿੱਲਾ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਮਨਮੁਖ ਮਨ ਹੈ, ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ ਹੈ। ਉਹ ਕਹਿੰਦੇ ਨੇ, ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾ ਅੰਦਰ ਆਣਾ। ਉਹ ਸੁਣਦੇ ਨੇ, ਉਹਨਾਂ ਦਾ ਮਨ ਨਹੀਂ ਭਿੱਜਦਾ, ਉਪਦੇਸ਼ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਅੰਦਰ ਵਸਦਾ ਹੀ ਨਹੀਂ। ਪੱਥਰ ਮਨ, ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗਣ ਵਾਲਾ ਪੱਥਰ ਮਨ ਹੁੰਦਾ ਹੈ। ਹਰ ਕਾ ਨਾਮ ਨਿਧਾਨ ਹੈ, ਪੂਰਾ ਗੁਰ ਦੀਆ। ਹਰ ਕਾ ਨਾਮ, ਰੱਬੀ ਉਪਦੇਸ਼ ਇੱਕ ਐਸਾ ਖਜ਼ਾਨਾ ਹੈ, ਦਿੱਤਾ ਕਿਨੇ? ਗੁਰੂ ਪਾਤਸ਼ਾਹ ਦੇ ਗੁਰ ਸਰੂਪ ਨੇ। ਉਹ ਰੱਬੀ ਉਪਦੇਸ਼ ਦਿੱਤਾ, ਸਿਖਾਇਆ। ਨਾਨਕ ਨਾਮ ਨਾ ਵਿਸਰੈ, ਮਥ ਅੰਮ੍ਰਿਤ ਪੀਆ। ਹੇ ਨਾਨਕ ਜੀ, ਉਹ ਜੋ ਰੱਬੀ ਉਪਦੇਸ਼ ਹੈ, ਗਿਆਨ ਰੂਪੀ ਨਾਮ, ਉਹਨੂੰ ਭੁੱਲਣਾ ਨਹੀਂ ਚਾਹੀਦਾ। ਮਨ ਨੂੰ ਮੱਥਣਾ ਹੈ ਉਸਨੇ। ਮਨ ਕਿੱਧਰ ਜਾ ਰਿਹਾ ਹੈ, ਕਿੱਧਰ ਜਾਣਾ ਚਾਹੀਦਾ ਹੈ। ਜਿਵੇਂ ਮਧਾਣੀ ਰਿੜਕਦੇ ਆ ਨਾ, ਉਹ ਇੱਧਰੋਂ ਇੱਧਰ ਖਿੱਚੀ ਜਾਂਦੀ, ਇੱਧਰੋਂ ਇੱਧਰ ਖਿੱਚੀ ਜਾਂਦੀ। ਇਸੇ ਤਰ੍ਹਾਂ ਮਨ ਨੂੰ ਮੱਥ ਕੇ ਜਿਹੜਾ ਫਿਰ ਰਸ ਮਿਲਦਾ ਨਾ ਇਸ ਮਾਰਗ ਤੇ ਤੁਰਨ ਦਾ, ਉਹ ਅੰਮ੍ਰਿਤ ਰਸ ਹੈ। ਜਿਨ੍ਹਾਂ ਨੇ ਪੀਤਾ, ਉਹ ਗੁਰੂ ਦਾ ਉਪਦੇਸ਼ ਮੰਨ ਕੇ ਹੀ ਪੀਤਾ। ਆਸਾ ਮਹੱਲਾ ਪਹਿਲਾ, ਆਸਾ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਗਲੀ ਅਸ਼ਟਪਦੀ, 9 ਪਦਿਆਂ ਦੀ 16ਵੀਂ ਅਸ਼ਟਪਦੀ। ਚੱਲੇ ਚੱਲਣਹਾਰ ਵਾਟ ਵਟਾਇਆ। ਸੰਸਾਰ ਤੇ ਜਨਮ ਹੋਇਆ, ਦੁਨਿਆਵੀ ਪ੍ਰਭਾਵ, ਦੁਨਿਆਵੀ ਲੋਕਾਂ ਦੀਆਂ ਗੱਲਾਂ, ਅੰਦਰ ਰਸ ਕਸ ਪੈਦਾ ਹੋ ਗਏ, ਅੰਦਰ ਸਵਾਰਥ ਪੈਦਾ ਹੋ ਗਿਆ, ਅੰਦਰ ਹੰਕਾਰ, ਲੋਭ, ਲਾਲਚ ਪੈਦਾ ਹੋ ਗਿਆ ਤੇ ਪੁੱਠੇ ਪਾਸੇ ਨੂੰ ਵਾਟ ਵਟਾਇਆ। ਰਸਤਾ ਬਦਲ ਗਿਆ। ਗੁਣਾਂ ਦੀ ਬਜਾਏ ਔਗੁਣਾਂ ਵੱਲ ਨੂੰ ਚਲਿਆ ਗਿਆ। ਨਿਮਰਤਾ ਵਿੱਚ ਜਿਉਣ ਦੀ ਬਜਾਏ ਹੰਕਾਰ ਵੱਲ ਚਲਿਆ ਗਿਆ। ਸਹਿਨਸ਼ੀਲਤਾ ਵਿੱਚ ਜਿਉਣ ਦੀ ਬਜਾਏ ਕ੍ਰੋਧ ਵੱਲ ਚਲਿਆ ਗਿਆ। ਧੰਦ ਪਿੱਟੇ ਸੰਸਾਰ, ਸੱਚ ਨਾ ਭਾਇਆ। ਫਿਰ ਸੱਚ ਚੰਗਾ ਨਹੀਂ ਲੱਗਦਾ, ਸੱਚੀ ਗੱਲ ਚੰਗੀ ਨਹੀਂ ਲੱਗਦੀ। ਧੰਦਾ ਪਿੱਟ ਰਹੇ ਨੇ, ਲੱਗਦਾ ਮੈਂ ਆਹ ਬਣਾ ਲਿਆ, ਉਹ ਬਣਾ ਲਿਆ, ਉਹ ਬਣਾ ਲਿਆ। ਸਾਰੀ ਜ਼ਿੰਦਗੀ ਉਹ ਬਣਾਉਂਦਿਆਂ ਸੁੱਖ ਨਾ ਮਾਣ ਸਕਿਆ। ਜਿਨ੍ਹਾਂ ਲਈ ਬਣਾਇਆ ਉਹਨਾਂ ਕਦਰ ਨਾ ਪਾਈ ਤੇ ਸੁੱਖ ਮਾਨਣ ਜੋਗਾ ਨਾ ਰਿਹਾ। ਕਿਆ ਭਵੀ ਹੈ, ਕਿਆ ਢੂੰਡੀ ਹੈ, ਗੁਰ ਸ਼ਬਦ ਦਿਖਾਇਆ। ਬਈ ਕਿੱਥੇ ਭਟਕੀਏ, ਕਿੱਥੇ ਲੱਭੀਏ? ਇਹ ਤਾਂ ਸੌਖਾ ਹੀ ਗੱਲ ਪਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜੋ ਗੁਰ ਸਰੂਪ ਹੈ, ਉਪਦੇਸ਼ ਨੇ, ਉਸ ਗੁਰ ਸ਼ਬਦ ਜੋ ਹੈ, ਗੁਰ ਸਰੂਪ ਨੇ ਦਿੱਤਾ ਹੋਇਆ ਉਪਦੇਸ਼, ਉਸਨੇ ਇਹ ਅਸਲੀ ਰਸਤਾ ਦਿਖਾ ਦਿੱਤਾ। ਆਖੋ ਵਾਹਿਗੁਰੂ। ਇਸ ਲਈ
ਧਰਮ ਦੇ ਕਰਮ ਕਰਨ ਦੀ ਭਟਕਣਾ ਵਿੱਚ ਨਹੀਂ ਪੈਣਾ ਚਾਹੀਦਾ। ਆਹ ਕਰ ਲਓ, ਆਹ ਕਰ ਲਓ। ਜਿੰਨਾ ਚਿਰ ਉਪਦੇਸ਼ ਨਹੀਂ ਮੰਨਿਆ, ਕੁਛ ਨਹੀਂ ਕੀਤਾ। ਆਪਾਂ ਬਹੁਤ ਵਾਰੀ ਹੁਕਮਨਾਮਾ ਸੁਣਦੇ ਹਾਂ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤਾਂ ਪ੍ਰਵਾਨ ਹੋਏਗਾ ਜੇ ਉਸਦੇ ਉਪਦੇਸ਼ ਨੂੰ ਮੰਨਾਂਗੇ। ਉਪਦੇਸ਼ ਨੂੰ ਮੰਨ ਕੇ ਰਸਤਾ ਦਿਖਾਈ ਦੇਗਾ। ਬਾਕੀ ਧਰਮ ਦੇ ਇਕੱਲੇ ਕਰਮ ਕੀਤੇ ਨਾ, ਜੇ ਉਪਦੇਸ਼ ਨਹੀਂ ਮੰਨਿਆ, ਧਰਮ ਦੇ ਕਰਮ ਕੀਤੇ ਨੇ, ਤੇ ਭਟਕਣਾ ਵਿੱਚ ਪਿਆ ਹੋਇਆ। ਜੇ ਕੋਈ ਕਹਿੰਦਾ ਮੈਂ ਇੱਦਾਂ ਸਮਾਧੀ ਲਾ ਕੇ ਉਹਨੂੰ ਲੱਭ ਲਵਾਂਗਾ, ਇੱਦਾਂ ਲੱਭ ਲਵਾਂਗਾ, ਜੇ ਸੁਭਾਅ 'ਚ ਕੜੱਤਨ ਰਹਿ ਗਈ, ਸੁਭਾਅ 'ਚ ਧੜੇਬੰਦੀਆਂ ਰਹਿ ਗਈਆਂ, ਸੁਭਾਅ ਵਿੱਚ ਨਫ਼ਰਤ ਪਈ ਹੈ, ਤੇ ਨਹੀਂ ਇਹ ਰਸਤਾ ਮਿਲੇਗਾ। ਕਿੱਥੇ ਲੱਭਦਾ ਪਿਆ ਹੈ, ਕਿੱਥੇ ਭਟਕਦਾ ਪਿਆ ਹੈ। ਮਮਤਾ ਮੋਹ ਵਿਸਰਜਿਆ ਆਪਣਾ ਘਰ ਆਇਆ ਰਹਾ। ਅੰਦਰ ਜਿਹੜੀ ਮੋਹ ਸੁਭਾਅ ਨਾਲ, ਸੋਚ ਨਾਲ ਮੋਹ ਪਾਈ ਬੈਠਾ ਨਾ, ਬੜੀ ਪਿਆਰੀ ਮਮਤਾ ਹੈ, ਸੁਣਨਾ ਨਹੀਂ ਚਾਹੁੰਦਾ ਸੱਚ। ਜਦੋਂ ਇਹ ਵਿਸਰਜਿਆ, ਜਦੋਂ ਇਹ ਨਾਸ਼ ਹੋ ਗਈ, ਇਹ ਬਿਰਤੀ ਖਤਮ ਹੋ ਗਈ, ਫਿਰ ਅਸਲੀ ਘਰ ਵਿੱਚ ਆਏਗਾ। ਰਹਾਉ ਪਦਾ ਹੈ ਸੈਂਟਰਲ ਆਈਡੀਆ। ਅਸਲੀ ਘਰ ਗੁਰਮੁਖ ਸੁਭਾਅ ਹੈ, ਗੁਰਮਤ ਵਾਲੀ ਸੋਚ ਹੈ। ਜਦੋਂ ਮਾਤਾ ਦੀ ਗੋਦੀ ਵਿੱਚ ਦੁੱਧ ਚੁੰਘਦਾ ਸੀ ਨਾ, ਉਹ ਜਿਹੜਾ ਸੁਭਾਅ ਹੈ, ਉਹ ਤੇਰਾ ਅਸਲੀ ਸੁਭਾਅ ਹੈ। ਪਾਇਆ ਬਾਲ ਬੁੱਧ ਸੋ ਖਰੇ, ਉਹੀ ਸੱਚਾ ਸੁੱਚਾ ਸੁਭਾਅ ਚਾਹੀਦਾ। ਉਹ ਅੰਦਰੋਂ ਵਿਗੜ ਗਿਆ। ਭਗਤ ਕਬੀਰ ਜੀ ਦੀ ਪੰਕਤੀ ਹੈ, ਰਾਖ ਲਿਓ ਹਮ ਤੇ ਬਿਗੜੀ। ਸਾਡੇ ਤੋਂ ਸੋਚ ਸੁਭਾਅ ਦੀ ਖੇਡ ਵਿਗੜ ਗਈ। ਵਿਗੜੀ ਕਿਵੇਂ? ਉਹਨਾਂ ਬੜੀ ਕਮਾਲ ਦੀ ਬਾਤ ਕਹੀ। ਕਹੋ ਕਬੀਰ, ਵਾਹਿਗੁਰੂ ਕਹਿਣ ਲੱਗੇ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗਾ ਨਿਤ ਭੇਡ। ਕਹਿੰਦੇ ਮੈਨੂੰ ਖੇਡ ਪ੍ਰਗਟ ਪਤਾ ਲੱਗ ਗਈ। ਖੇਡ ਵਿਗੜੀ ਕਿੱਥੋਂ ਹੈ? ਮੇਰੇ ਮਤ ਰੂਪੀ ਭੇਡ ਨੂੰ, ਮਤ ਰੂਪੀ ਭੇਡ, ਮੇਰੀ ਮਤ, ਮੇਰੀ ਸੋਚ ਮਨ ਦੇ ਪਿੱਛੇ ਲੱਗ ਕੇ ਰਸ ਮਾਣ ਰਹੀ ਹੈ। ਲੇਲੇ ਕੋ ਚੁੰਗਾ ਨਿਤ ਭੇਡ। ਜਿੱਥੇ ਵੀ ਮੇਲ ਕਰੈਕਟਰ ਨੇ, ਪੁਰਸ਼ਵਾਚਕ ਕਰੈਕਟਰ ਨੇ, ਉਹ ਮਨ ਹੁੰਦਾ ਹੈ। ਜਿੱਥੇ ਇਸਤਰੀਵਾਚਕ ਕਰੈਕਟਰ ਨੇ, ਉਹ ਸੋਚ ਹੁੰਦੀ ਹੈ। ਚੰਗੀ ਸੋਚ ਚਾਹੀਦੀ ਸੀ, ਮਨ ਉਸ ਚੰਗੀ ਸੋਚ ਦੇ ਪਿੱਛੇ ਲੱਗਦਾ। ਗੁਰੂ ਤੋਂ ਸੋਚ ਲਈ ਗੁਰਮਤ ਵਾਲੀ ਸੋਚ ਆਵੇ ਤੇ ਮਨ ਗੁਰਮਤ ਵਾਲੀ ਸੋਚ ਦੇ ਪਿੱਛੇ ਲੱਗੇ। ਉਲਟਾ ਹੋ ਗਿਆ। ਮਤ ਮਨ ਦੇ ਪਿੱਛੇ ਲੱਗ ਕੇ ਫੈਸਲੇ ਲੈਣ ਲੱਗ ਪਈ। ਇਹ ਖੇਡ ਵਿਗਾੜ ਲਈ ਅੰਦਰੋਂ, ਕਿਉਂਕਿ ਮਮਤਾ ਅਸਲੀ ਪਤਾ ਨਾ ਲੱਗਿਆ। ਅਸਲੀ ਤੇ ਉਹ ਸੀ ਜੋ ਮਾਤਾ ਦੀ ਗੋਦੀ 'ਚ ਦੁੱਧ ਚੁੰਘਦਾ ਸੀ। ਉਹੀ ਪਵਿੱਤਰਤਾ, ਉਹੀ ਪਿਆਰ, ਉਹੀ ਰਸ, ਉਹੀ ਸਹਿਨਸ਼ੀਲਤਾ ਦੁਬਾਰੇ ਲਿਆਉਣੀ ਪਵੇਗੀ। ਖੇਡ ਵਿਗੜ ਗਈ। ਇਹ ਰਹਾਉ ਪਦਾ ਹੈ, ਸੈਂਟਰਲ ਆਈਡੀਆ ਹੈ। ਸੱਚ ਮਿਲੈ ਸਚਿਆਰ, ਕੂੜ ਨਾ ਪਾਈਐ। ਜੇ ਸਚਿਆਰਾ ਬਣ ਕੇ ਜਿਉਏਗਾ ਨਾ, ਫਿਰ ਸੱਚ ਦਾ ਮਿਲਾਪ ਹੋਏਗਾ। ਕੂੜ ਦੇ ਰਸਾਂ ਵਿੱਚ ਜਿਉਏਗਾ, ਕਦੀ ਵੀ ਪ੍ਰਾਪਤ ਨਹੀਂ ਹੋਏਗਾ। ਗੁਣਾਂ ਵਾਲਾ ਪੱਖ ਸਚਿਆਰਾਪਣ ਹੈ, ਔਗੁਣਾਂ ਵਾਲਾ ਪੱਖ ਕੁੜਿਆਰਾਪਣ ਹੈ। ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਮੰਨਣਾ ਸਚਿਆਰਾ ਪੱਖ ਹੈ, ਉਪਦੇਸ਼ ਦੇ ਉਲਟ ਜਿਉਣਾ ਕੁੜਿਆਰਾ ਪੱਖ ਹੈ। ਨਹੀਂ ਮਿਲੇਗਾ ਕੁੜਿਆਰੇ ਪੱਖ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ੁਰੂਆਤ ਹੀ ਇੱਥੋਂ ਹੈ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਾਲ। ਸੱਚੇ ਸਿਉ ਚਿੱਤ ਲਾਏ ਬਹੁੜ ਨਾ ਆਈ ਹੈ। ਜਦੋਂ ਸੱਚ ਦੇ ਰਸ ਵਿੱਚ ਚਿੱਤ, ਚਿਤਵਨੀ, ਚੇਤਾ ਸ਼ਕਤੀ, ਭਾਵਨਾ, ਵਾਸ਼ਨਾਵਾਂ, ਯਾਦਾਂ ਇਹਦੇ ਵਿੱਚ ਸਮਾ ਗਈਆਂ ਸੱਚ ਦੇ ਰਸ ਵਿੱਚ, ਬਹੁੜ ਨਾ ਆਈ ਹੈ। ਫਿਰ ਅੰਦਰ ਔਗਣਾਂ ਦਾ ਜਨਮ ਤੇ ਗੁਣਾਂ ਦੀ ਮੌਤ ਨਹੀਂ ਹੁੰਦੀ। ਅੰਦਰ ਜਨਮ ਮਰਨ ਨਹੀਂ ਹੁੰਦਾ। ਅੰਦਰਲੇ ਜਨਮ ਮਰਨ ਦਾ ਫਿਕਰ ਹੈ। ਗੁਰੂ ਪਾਤਸ਼ਾਹ ਅੰਦਰਲਾ ਜਨਮ ਮਰਨ ਹੀ ਨਿਵਾਰਨਾ ਚਾਹੁੰਦੇ ਨੇ। ਮਾਇਆ ਕਉ ਕਿਆ ਰੋਬਹੁ, ਰੋਏ ਨਾ ਜਾਣਹੂੰ। ਵਾਹਿਗੁਰੂ ਮੋਇਆ ਕਉ ਕਿਆ ਰੋਬਹੁ, ਰੋਏ ਨਾ ਜਾਣਹੂੰ। ਸਤਿਗੁਰੂ ਕਹਿੰਦੇ ਜਦੋਂ ਕੋਈ ਮਰ ਜਾਂਦਾ ਹੈ ਤੇ ਲੋਕ ਰੋਂਦੇ ਨੇ। ਕੀ ਰੋ ਰਹੇ ਆ ਉਹਦੇ ਲਈ? ਕੀ ਕਰੋਗੇ ਹੁਣ? ਉਹ ਤਾਂ ਹੋ ਗਿਆ, ਉਹ ਤਾਂ ਜਿੰਨੀ ਖੇਡ ਸੀ ਵਾਪਰ ਗਈ। ਅਸਲੀ ਰੋਣਾ ਬੈਰਾਗ ਹੈ, ਉਹਨੂੰ ਤੁਸੀਂ ਸਮਝਦੇ ਨਹੀਂ। ਅੰਦਰ ਬੈਰਾਗ ਪੈਦਾ ਕਰਨਾ ਸੀ। ਇਹ ਰੋਣੇ ਤੇ ਐਵੇਂ ਦੁਨਿਆਵੀ ਖੇਡਾਂ ਨੇ। ਉਹ ਬੈਰਾਗ ਅੰਦਰ ਪੈਦਾ ਹੋਵੇ। ਰੋਏ ਨਾ ਜਾਣਹੂੰ, ਉਹ ਬੈਰਾਗ ਨੂੰ ਤੁਸੀਂ ਸਮਝ ਨਹੀਂ ਰਹੇ। ਰੋਬਹੁ ਸੱਚ ਸਲਾਹੇ ਹੁਕਮ ਪਛਾਣਹੂੰ। ਬੈਰਾਗ ਦੇ ਵਿੱਚ ਸੱਚ ਦੀ, ਸੱਚ ਦੇ ਗੁਣਾਂ ਦੀ, ਸੱਚ ਦੇ ਉਪਦੇਸ਼ਾਂ ਦੀ, ਉਹਦੇ ਤੋਂ ਕੁਰਬਾਨ ਜਾ ਕੇ ਸਿਫਤ ਸਲਾਘਾ ਕਰਨੀ ਸਿੱਖ। ਜਿੱਥੇ ਬੈਠੇ ਰੱਬ ਦੇ ਗੁਣਾਂ ਦੀ ਗੱਲ ਕਰੇ, ਜਿੱਥੇ ਬੈਠੇ
ਰੱਬੀ ਉਪਦੇਸ਼ ਦੀ ਗੱਲ ਕਰੇ, ਇਹ ਤਦ ਹੋਏਗਾ ਜੇ ਤੂੰ ਕੁਰਬਾਨ ਜਾਏਗਾ। ਉਹਦੇ ਨਿਜ਼ਮ ਨੂੰ ਪਹਿਚਾਣ, ਉਹਦੇ ਨਿਜ਼ਮ ਵਿੱਚ ਚੱਲ ਕੇ ਬੈਰਾਗ ਇੱਥੇ ਕੰਮ ਦੇਣਾ ਹੈ। ਹੁਕਮੀ ਬਜ਼ਹ ਲਿਖਾਏ ਆਇਆ ਜਾਣੀਏ। ਰੱਬ ਦੇ ਨਿਜ਼ਮ ਵਿੱਚ ਜਦੋਂ ਅੰਦਰ ਸੁਭਾਅ ਸੋਚ ਲਿਖੀ ਜਾਂਦੀ ਹੈ, ਜਿਸ ਤਰ੍ਹਾਂ ਦਾ ਸੰਗ ਹੋਏਗਾ, ਜਿਸ ਤਰ੍ਹਾਂ ਦਾ ਕਲਚਰ ਹੋਏਗਾ, ਉਸ ਤਰ੍ਹਾਂ ਦੀ ਸੋਚ ਤੇ ਸੁਭਾਅ ਲਿਖਿਆ ਜਾਏਗਾ। ਜਿਸ ਤਰ੍ਹਾਂ ਦੀ ਸੋਚ ਸੁਭਾਅ ਹੋਏਗਾ, ਉਸ ਤਰ੍ਹਾਂ ਦਾ ਜੀਵਨ ਹੋਏਗਾ। ਮਾਤਾ ਦੇ ਗਰਭ ਦੇ ਵਿੱਚੋਂ ਜਦੋਂ ਜਨਮ ਲੈਂਦਾ ਏ ਤਾਂ ਇਹਦੀ ਬੋਲੀ ਵੀ ਬਾਹਰੋਂ ਇੰਸਟਾਲ ਹੁੰਦੀ ਹੈ। ਕਮਾਲ ਦੀ ਚੀਜ਼ ਹੈ। 9 ਮਹੀਨਿਆਂ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਇਹ ਸਰੀਰ ਬਣਦਾ ਤੇ 9 ਮਹੀਨੇ ਆਪਣੇ ਪਰਿਵਾਰ ਨੂੰ ਸੁਣਦਾ ਰਹਿੰਦਾ, ਫਿਰ ਵੋਕੈਬਲਰੀ ਬਣਨੀ ਸ਼ੁਰੂ ਹੁੰਦੀ ਹੈ। ਇਹ ਸੁਭਾਅ ਸੋਚ ਜਿਸ ਤਰ੍ਹਾਂ ਦੇ ਕਲਚਰ ਵਿੱਚ ਗਰੋ ਅਪ ਹੋਏਗਾ, ਉੱਥੋਂ ਲਿਖਿਆ ਜਾਂਦਾ ਅੰਦਰ, ਭਾਵ ਉੱਥੋਂ ਸੰਸਕਾਰ ਬਣਦੇ ਨੇ, ਅੰਦਰ ਸੋਚ ਬਣਦੀ ਹੈ। ਉਹਦੇ ਵਿੱਚ ਹੀ ਜ਼ਿੰਦਗੀ ਦਾ ਆਪਣਾ ਜਾਵਣਾ ਚੱਲ ਰਿਹਾ। ਲਾਹਾ ਪੱਲੇ ਪਾਏ ਹੁਕਮ ਸਿਆਣੀ ਹੈ। ਜੇ ਰੱਬ ਦੇ ਨਿਜ਼ਮ ਨੂੰ ਸਮਝ ਲਵੇਂ ਤੇ ਨਿਜ਼ਮ ਨੂੰ ਫੋਲੋ ਕਰ ਲਵੇਂ ਨਾ, ਫਿਰ ਜ਼ਿੰਦਗੀ ਦਾ ਲਾਹਾ ਖੱਟ ਲਏਗਾ, ਜੀਵਨ ਸਫਲ ਹੋਏਗਾ। ਹੁਕਮੀ ਪੈਂਦਾ ਜਾਏ ਦਰਗਾਹ ਭਾਣੀ ਹੈ। ਰੱਬ ਦੀ ਦਰਗਾਹ ਵਿੱਚ ਚੰਗਾ ਲੱਗੇਗਾ, ਰੱਬ ਦੀਆਂ ਨਜ਼ਰਾਂ ਵਿੱਚ ਚੰਗਾ ਲੱਗੇਗਾ ਜੇ ਨਿਜ਼ਮ ਨੂੰ ਫੋਲੋ ਕਰੇਗਾ। ਨਿਜ਼ਮ ਨੂੰ ਫੋਲੋ ਕਰਨ ਦਾ ਸੌਖਾ ਤਰੀਕਾ ਰੱਬ ਦੇ ਉਪਦੇਸ਼ਾਂ ਨੂੰ ਪ੍ਰੈਕਟੀਕਲ ਜਿਉਣਾ ਹੈ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਪ੍ਰੈਕਟੀਕਲ ਜਿਉਣਾ ਹੈ। ਪਹਿਲਾ ਹੁੰਦਾ ਹੈ ਸਿਰੋਪਾਓ ਮਿਲਣਾ, ਅਖਰੀ ਅਰਥ ਹੈ, ਪਰ ਇੱਥੇ ਰਮਜ਼ ਹੈ ਤੈਨੂੰ ਬਖਸ਼ਿਸ਼ ਮਿਲੇਗੀ, ਤੇਰੇ ਜੀਵਨ ਵਿੱਚ, ਤੇਰੇ ਘਰ ਵਿੱਚ, ਤੇਰੇ ਬੱਚਿਆਂ ਵਿੱਚ ਬਖਸ਼ਿਸ਼ ਹੋਏਗੀ। ਹੁਕਮੇ ਹੀ ਸਿਰ ਮਾਰ ਬਾਂਦਰ ਬਾਣੀ ਹੈ। ਤੇ ਰੱਬ ਦਾ ਨਿਜ਼ਮ ਹੀ ਹੈ। ਉਹ ਨਿਜ਼ਮ ਜਿਹਨੂੰ ਨਹੀਂ ਸਮਝ ਆਇਆ, ਉਸਦੇ ਨਿਜ਼ਮ ਵਿੱਚ ਜਦੋਂ ਭਾਵਨਾ ਮੈਲੀ, ਸੋਚ ਮੈਲੀ, ਸੰਗ ਮੈਲਾ, ਸੁਣਨਾ ਬੋਲਣਾ ਸਭ ਕੁਛ ਇਸ ਰਸਤੇ ਤੋਂ ਭਟਕਿਆ ਹੋਇਆ ਤੇ ਸਿਰ ਤੇ ਮਾਰ ਪੈਂਦੀ ਹੈ। ਬਾਂਦਰ ਬਾਣੀ ਹੈ, ਆਦਤਾਂ ਦੀ ਕੈਦ ਦੇ ਵਿੱਚ ਬੱਝਿਆ ਹੋਇਆ ਜੀਵਨ ਜਿਉ ਰਿਹਾ, ਜੀਵਨ ਵਿਅਰਥ ਗਵਾ ਰਿਹਾ। ਇੱਕ ਤਾਸ਼ ਖੇਡਣ ਵਾਲਾ ਕਹਿੰਦਾ ਜੀ ਟਾਈਮ ਪਾਸ ਕਰ ਰਹੇ ਹਾਂ, ਉਹ ਆਦਤ ਵਿੱਚ ਬੱਧਿਆ ਹੋਇਆ, ਉਹਨੂੰ ਪਤਾ ਨਹੀਂ ਟਾਈਮ ਪਾਸ ਨਹੀਂ ਕਰ ਰਿਹਾ, ਤੂੰ ਟਾਈਮ ਬਰਬਾਦ ਕਰ ਰਿਹਾ। ਉਹੀ ਆਪਣੇ ਬੱਚਿਆਂ ਨੂੰ ਸਾਖੀ ਸੁਣਾ ਦੇ, ਕਦੀ ਖੁਦ ਪੜ੍ਹ ਵਿਰਸਾ ਆਪਣੇ ਬੱਚਿਆਂ ਨੂੰ ਸਿਖਾ, ਪਰ ਉਹ ਟਾਈਮ ਬਰਬਾਦ ਕਰ ਰਿਹਾ, ਉਹਨੂੰ ਪਤਾ ਨਹੀਂ ਹੈ। ਲਾਹਾ ਸੱਚ ਨਿਆਂ ਹੁ ਮਨ ਵਸਾਈ ਹੈ। ਰੱਬ ਦਾ ਸੱਚਾ ਨਿਆਂ ਚੱਲ ਰਿਹਾ। ਜੇ ਮਨ ਵਿੱਚ ਉਹਦੀ ਭੈ ਭਾਵ ਨਹੀਂ ਬਸ ਜਾਵੇ, ਰੱਬੀ ਉਪਦੇਸ਼ ਚੰਗੇ ਲੱਗਣ, ਗੁਰਬਾਣੀ ਦੀਆਂ ਸਿੱਖਿਆਵਾਂ ਚੰਗੀਆਂ ਲੱਗਣ, ਪਰਉਪਕਾਰੀ ਭਾਵਨਾ ਬਣ ਜਾਵੇ ਅੰਦਰ, ਗੁਰੂ ਦੇ ਮਿਸ਼ਨ ਤੇ ਤੁਰਨ ਦਾ ਜਜ਼ਬਾ ਜਾਗ ਪਵੇ, ਤੇ ਜ਼ਿੰਦਗੀ ਦਾ ਅਸਲੀ ਲਾਹਾ ਖੱਟ ਲਏਗਾ। ਲਿਖਿਆ ਪੱਲੇ ਪਾਏ ਗਰਭ ਬਨਿਆਈ ਹੈ। ਅੰਦਰ ਫਿਰ ਐਸੀ ਸੋਚ ਸੁਭਾਅ ਲਿਖਿਆ ਜਾਂਦਾ ਹੈ। ਇਹ ਹੰਕਾਰ ਅੰਦਰ ਮਰ ਜਾਂਦਾ ਹੈ, ਨਿਮਰਤਾ ਵਿੱਚ ਜਿਉਣਾ ਚੰਗਾ ਲੱਗਦਾ। ਮਨਮੁਖੀਆਂ ਸਿਰ ਮਾਰ ਵਾਦ ਖਪਾਈ ਹੈ। ਜਿਹੜੇ ਮਨਮੁਖ ਨੇ, ਮਨ ਦੀਆਂ ਮਰਜ਼ੀਆਂ ਪਿੱਛੇ ਲੱਗਦੇ ਨੇ, ਉਹਨਾਂ ਦੇ ਸਿਰ ਤੇ ਮਾਰ ਪੈਂਦੀ ਹੈ। ਉਹ ਮਾਰ ਕੀ ਹੈ? ਵਾਦ ਖਪਾਈ ਹੈ। ਉਹ ਧੜੇਬੰਦੀਆਂ 'ਚ ਜਿਉਂਦੇ ਨੇ, ਧੜੇਬੰਦੀਆਂ ਦਾ ਅਸਰ ਆਪਣੇ ਬੱਚਿਆਂ ਤੇ ਪਾ ਲੈਂਦੇ ਨੇ। ਉਹ ਧੜੇਬੰਦੀ ਦੀ ਸੋਚ ਦੇ ਵਿੱਚ ਨਿੰਦਾ ਦੀਆਂ ਪੰਡਾਂ ਚੁੱਕ ਲੈਂਦੇ ਨੇ। ਕਿਸੇ ਚੰਗੇ ਬੰਦੇ ਵਿੱਚੋਂ ਚੰਗਿਆਈ ਦੇਖਣੀ ਭੁੱਲ ਜਾਂਦੇ ਨੇ। ਆਪਣਿਆਂ ਵਿੱਚੋਂ ਆਪਣੇ ਨੁਕਸ ਨੂੰ ਦੂਰ ਕਰਨਾ ਭੁੱਲ ਜਾਂਦੇ ਨੇ। ਮਾਰ ਪੈਂਦੀ ਹੈ। ਇਹ ਮਾਰ ਹੀ ਹੈ। ਧੜੇਬੰਦੀ ਵਿੱਚ ਫਸ ਜਾਣਾ ਹੀ ਮਾਰ ਹੈ। ਵੈਰ ਵਿਰੋਧ ਦੇ ਵਿੱਚ, ਝਗੜਿਆਂ ਦੇ ਵਿੱਚ, ਲੜਾਈ ਝਗੜਿਆਂ ਦੇ ਵਿੱਚ ਖੱਜਲ ਖੁਆਰ ਹੋਣਾ, ਇਹ ਮਾਰ ਹੈ। ਠੱਗ ਮੁੱਠੀ ਕੁੜਿਆਰ ਬੰਨ ਚਲਾਈ ਹੈ। ਠੱਗੀ ਤੇ ਝੂਠ ਦੇ ਵਿੱਚ ਉਹ ਜਿਹੜੀ ਸੋਚ ਹੈ ਵੱਜ ਗਈ, ਤੇ ਜ਼ਿੰਦਗੀ ਉਸ ਠੱਗੀ ਝੂਠ ਦੇ ਵਿੱਚ ਵੱਜੀ ਹੋਈ ਚੱਲ ਰਹੀ ਹੈ। ਸਾਹਿਬ ਹਿਰਦੈ ਵਸਾਏ ਨਾ ਪਛੋਤਾ ਬਹੀ। ਜੇ ਮਾਲਕ ਹਿਰਦੇ ਵਿੱਚ ਵਸ ਜਾਵੇ, ਵਾਹਿਗੁਰੂ ਜੀ ਹਿਰਦੇ ਵਿੱਚ ਵਸੇ ਹੋਣ, ਹਰ ਵੇਲੇ ਵਾਹਿਗੁਰੂ ਜੀ ਦੀ ਭੈ ਭਾਵਨੀ ਚੰਗੀ ਲੱਗੇ, ਫਿਰ ਪਛਤਾਵਾ ਪੱਲੇ ਨਹੀਂ ਪੈਂਦਾ। ਗੁਨਾਹਾਂ ਬਖਸ਼ਣਹਾਰ ਸ਼ਬਦ ਕਮਾਵਹੀ। ਜੇ ਗੁਰੂ ਦੇ ਉਪਦੇਸ਼ ਨੂੰ ਪ੍ਰੈਕਟੀਕਲ ਜਿਉਵਾਂਗੇ ਨਾ, ਇਹ ਸ਼ਬਦ ਦੀ ਕਮਾਈ ਹੈ। ਜਦੋਂ ਪ੍ਰੈਕਟੀਕਲ ਜਿਉਵਾਂਗੇ ਤੇ ਉਹਨੇ ਜ਼ਿੰਦਗੀ ਦੇ ਪਿਛਲੇ ਗੁਨਾਹ ਨਹੀਂ ਦੇਖਣੇ। ਬਖਸ਼ਣਹਾਰ ਹੈ। ਸੱਜਣ ਠੱਗ ਨੂੰ ਜਦੋਂ ਗੁਰੂ ਪਾਤਸ਼ਾਹ ਦੀ ਗੱਲ ਚੰਗੀ ਲੱਗੀ ਤੇ ਖਿੜੇ ਮੱਥੇ ਮੰਨਣ ਲਈ ਤਿਆਰ ਹੋ ਗਿਆ, ਤਾਂ ਉਹ ਪਿੱਛੇ ਠੱਗ ਸੀ, ਠੱਗੀਆਂ ਮਾਰਦਾ ਸੀ, ਉਹਦਾ ਕੋਈ ਲੇਖਾ ਜੋਖਾ ਨਹੀਂ। ਉਹ ਹੁਣ ਕੀ ਹੈ? ਅਸਲੀ ਬਾਤ ਤਾਂ ਇਹ ਹੈ। ਨਾਨਕ ਮੰਗੈ ਸੱਚ
ਗੁਰਮੁਖ ਘਾਲੀ ਹੈ, ਆਪਣੇ ਆਪ ਨੂੰ ਨਾਨਕ ਕਹਿ ਕੇ ਨਾਨਕ ਤੇ ਸੱਚ ਮੰਗ ਰਿਹਾ, ਤੇ ਸੱਚ ਹੀ ਮੰਗਣਾ ਚਾਹੀਦਾ। ਗੁਣ ਮੰਗਣੇ ਚਾਹੀਦੇ ਨੇ, ਭਾਵਨਾ ਮੰਗਣੀ ਚਾਹੀਦੀ ਹੈ, ਪਰਉਪਕਾਰੀ ਜਜ਼ਬਾ ਮੰਗਣਾ ਚਾਹੀਦਾ ਹੈ, ਲਗਨ ਮੰਗਣੀ ਚਾਹੀਦੀ ਹੈ, ਤੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਮੰਨਣਾ ਹੈ, ਪ੍ਰੈਕਟੀਕਲ ਜਿਉਣਾ ਹੈ। ਇਹੋ ਹੀ ਘਾਲ ਹੈ, ਇਹੋ ਹੀ ਕਮਾਈ ਹੈ, ਇਹੋ ਹੀ ਮਿਹਨਤ ਹੈ। ਔਰ ਇਹ ਮਿਹਨਤ ਕਰਨੀ ਚਾਹੀਦੀ ਹੈ। ਘਾਲੀ ਹੈ, ਘਾਲਣਾ ਚਾਹੀਦੀ ਹੈ। ਇਹ ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀ ਹੈ। ਇਹ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਓਟ ਆਸਰਾ ਨਹੀਂ। ਦੁੱਖਾਂ ਸੁੱਖਾਂ ਦੀਆਂ ਗਲੀਆਂ ਵਿੱਚੋਂ ਦੀ ਲੰਘ ਕੇ ਇੱਕ ਗੱਲ ਤੇ ਭਰੋਸਾ ਵੱਜ ਗਿਆ, ਕੌਣ ਕਦੋਂ ਸਾਥ ਛੱਡ ਜਾਵੇ ਇੱਕ ਪਲ ਦਾ ਭਰੋਸਾ ਨਹੀਂ, ਪਰ ਇੱਕੋ ਇੱਕ ਵਾਹਿਗੁਰੂ ਜੀ ਨੇ ਜਿਹੜੇ ਕਦੀ ਸਾਥ ਛੱਡਦੇ ਨਹੀਂ। ਨਦਰ ਨਿਹਾਲੀ ਹੈ, ਉਹਨਾਂ ਦੀ ਜਦੋਂ ਮਿਹਰ ਭਰੀ ਨਜ਼ਰ ਹੁੰਦੀ ਹੈ, ਉਹਦੇ ਵਿੱਚੋਂ ਖੁਸ਼ੀ, ਆਨੰਦ, ਰਹਿਮਤਾਂ ਜਾਗਦੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਪੜ੍ਹੀ ਸੁਣੀ ਗੁਰਬਾਣੀ ਦਾ ਅਸਰ ਹਿਰਦੇ ਤੇ ਨਿਵਾਸ ਕਰੇ। ਕੱਲ ਨੂੰ ਫਿਰ 420 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ, ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।